ਅੱਜ ਸ਼ਾਮ ਲਾਲ ਜੀ ਦੀ ਤਬੀਅਤ ਜ਼ਿਆਦਾ ਗੰਭੀਰ ਹੋ ਗਈ ਤਾਂ ਉਹਨਾਂ ਦੀ ਪਤਨੀ ਕੋਮਲ ਨੇ ਆਪਣੇ ਪੁੱਤ ਨੂੰ ਫੋਨ ਲਾਇਆ ਤੇ ਬੋਲੀ, ਪੁੱਤ ਤੂੰ ਤਾਂ ਜਾਣਦਾ ਆਪਣੇ ਪਿਤਾ ਜੀ ਦੀ ਹਾਲਤ ਦੇ ਬਾਰੇ ਵਿੱਚ। ਹੁਣ ਤਾਂ ਉਹਨਾਂ ਦੀ ਹਾਲਤ ਹੋਰ ਵੀ ਜ਼ਿਆਦਾ ਵਿਗੜਨ ਲੱਗੀ ਆ। ਬਿਸਤਰੇ ਉੱਤੇ ਪਏ ਪਏ ਤੈਨੂੰ ਯਾਦ ਕਰਦੇ ਰਹਿੰਦੇ ਆ, ਤਾਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਆਪਣੇ ਪਿਤਾ ਜੀ ਨਾਲ ਮਿਲਣ ਆ ਜਾ। ਨੂੰਹ ਅਤੇ ਬੇਟੀ ਨੂੰ ਵੀ ਲੈਂਦੇ ਆਈ। ਤਾਂ ਦੂਜੇ ਪਾਸਿਓਂ ਆਵਾਜ਼ ਆਈ, ਮਾਂ ਮੈਨੂੰ ਹੁਣ ਛੁੱਟੀ ਨਹੀਂ ਮਿਲ ਪਾਵੇਗੀ, ਇਸ ਲਈ ਮੇਰਾ ਆਉਣਾ ਮੁਸ਼ਕਲ ਆ। ਕੁਝ ਦਿਨਾਂ ਵਿੱਚ ਟਾਈਮ ਕੱਢ ਕੇ ਆਊਂਗਾ। ਪੁੱਤ ਦਾ ਕੋਰਾ ਜਿਹਾ ਜਵਾਬ ਪਾ ਕੇ ਕੋਮਲ ਜੀ ਨਿਰਾਸ਼ਾ ਨਾਲ ਭਰ ਉੱਠੀ। ਉਹਨਾਂ ਦਾ ਉਦਾਸ ਚਿਹਰਾ ਦੇਖ ਕੇ ਸ਼ਾਮ ਲਾਲ ਜੀ ਦੇ ਚਿਹਰੇ ਉੱਤੇ ਨਿਰਾਸ਼ਾ ਦੇ ਭਾਵ ਤੂਫਾਨ ਮਾਰਨ ਲੱਗੇ। ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਵਹਿ ਨਿਕਲੇ। 70 ਸਾਲਾਂ ਦੇ ਸ਼ਾਮ ਲਾਲ ਜੀ, ਜੋ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਪੀੜਤ ਸਨ, ਬਿਸਤਰੇ ਉੱਤੇ ਪਏ ਹੋਏ ਆਪਣੇ ਜੀਵਨ ਦੇ ਅੰਤਿਮ ਦਿਨਾਂ ਨੂੰ ਜਿਵੇਂ ਤਿਵੇਂ ਕਰਕੇ ਕੱਟ ਰਹੇ ਸੀ। ਕੋਮਲ ਜੀ ਅਤੇ ਸ਼ਾਮ ਲਾਲ ਜੀ ਆਪਣੇ ਪੁੱਤ ਅਤੇ ਨੂੰਹ ਤੋਂ ਦੂਰ ਆਪਣੀ ਪੁਸ਼ਤੈਨੀ ਮਕਾਨ ਵਿੱਚ ਰਹਿੰਦੇ ਸਨ। ਉਹਨਾਂ ਦਾ ਪੁੱਤ ਦੀਪਕ, ਜੋ ਕਿ ਸ਼ਹਿਰ ਵਿੱਚ ਨੌਕਰੀ ਕਰਦਾ ਹੈ, ਵਿਆਹ ਤੋਂ ਬਾਅਦ ਸ਼ਹਿਰ ਵਿੱਚ ਹੀ ਵੱਸ ਗਿਆ, ਜਿੱਥੇ ਉਹ ਆਪਣੀ ਪਤਨੀ ਸੀਮਾ ਅਤੇ 12 ਸਾਲ ਦੀ ਬੇਟੀ ਨਾਲ ਰਹਿੰਦਾ ਹੈ। ਪਿੰਡ ਦੇ ਮਕਾਨ ਵਿੱਚ ਕੁੱਲ 2 ਹੀ ਜਾਣੇ ਰਹਿ ਗਏ ਸੀ, ਇੱਕ ਕੋਮਲ ਜੀ ਤੇ ਦੂਜੇ ਸ਼ਾਮ ਲਾਲ ਜੀ। ਸ਼ਾਮ ਲਾਲ ਜੀ ਦੇ ਪਿੰਡ ਵਿੱਚ ਹੀ ਖੇਤੀ ਸੀ, ਜਿਸ ਦੇ ਬਲ ਉੱਤੇ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਸੀ ਅਤੇ ਆਪਣੇ ਇਕਲੌਤੇ ਪੁੱਤ ਨੂੰ ਪੜ੍ਹਾ ਲਿਖਾ ਕੇ ਇਸ ਮੁਕਾਮ ਤੱਕ ਪਹੁੰਚਾਇਆ ਸੀ ਕਿ ਉਹ ਅੱਜ ਸਿਰ ਚੁੱਕ ਕੇ ਜੀ ਸਕੇ। ਆਪਣੇ ਪਰਿਵਾਰ ਨੂੰ ਇੱਕ ਬਿਹਤਰੀਨ ਜ਼ਿੰਦਗੀ ਦੇਣ ਦੇ ਲਈ ਆਪਣੀ ਸਾਰੀ ਉਮਰ ਮਿਹਨਤ ਕਰਨ ਵਿੱਚ ਲਗਾ ਦਿੱਤੀ, ਪਰ ਉਮਰ ਦੇ ਨਾਲ ਨਾਲ ਉਹਨਾਂ ਦੇ ਸਰੀਰ ਦੀ ਤਾਕਤ ਘੱਟ ਹੋਣ ਲੱਗੀ, ਜਿਸ ਦੇ ਕਾਰਨ ਉਹ ਆਪਣੇ ਖੇਤਾਂ ਵਿੱਚ ਕੰਮ ਕਰਨ ਤੋਂ ਲਾਚਾਰ ਹੋ ਗਏ ਸੀ ਅਤੇ ਆਪਣੀ ਜ਼ਮੀਨ ਨੂੰ ਠੇਕੇ ਉੱਤੇ ਦੇ ਦਿੱਤਾ। ਪਰ ਸਮੇਂ ਦੇ ਨਾਲ ਨਾਲ ਉਹਨਾਂ ਦੀ ਹਾਲਤ ਜ਼ਿਆਦਾ ਵਿਗੜਦੀ ਗਈ ਤਾਂ ਪਤਾ ਲੱਗਿਆ ਕਿ ਉਹ ਇਸ ਗੰਭੀਰ ਬਿਮਾਰੀ ਨਾਲ ਜੂਝ ਰਹੇ ਸੀ। ਉਹਨਾਂ ਦੀ ਬਿਮਾਰੀ ਦੇ ਇਲਾਜ ਵਿੱਚ ਉਹਨਾਂ ਦੀ ਸਾਰੀ ਬਚਤ ਖਤਮ ਹੋ ਗਈ, ਇੱਥੋਂ ਤੱਕ ਕਿ ਉਹਨਾਂ ਦੇ ਖੇਤ ਵੀ ਵਿਕ ਗਏ ਸੀ। ਲੈ ਦੇ ਕੇ ਉਹਨਾਂ ਦਾ ਪੁਸ਼ਤੈਨੀ ਮਕਾਨ ਹੀ ਹੁਣ ਉਹਨਾਂ ਦੇ ਕੋਲ ਰਹਿ ਗਿਆ ਸੀ। ਜ਼ਮੀਨ ਦੇ ਠੇਕੇ ਤੋਂ ਆਉਣ ਵਾਲੀ ਰਕਮ ਹਾਸਲ ਕਰਨ ਦੇ ਲਈ ਘੱਟ ਤੋਂ ਘੱਟ ਸਾਲ ਵਿੱਚ 2 ਵਾਰ ਉਹ ਪਿੰਡ ਉਹਨਾਂ ਦਾ ਬੇਟਾ ਆ ਜਾਇਆ ਕਰਦਾ ਸੀ, ਪਰੰਤੂ ਉਹਨਾਂ ਦੀ ਜ਼ਮੀਨ ਜਦੋਂ ਦੀ ਵਿਕੀ ਸੀ ਉਦੋਂ ਤੋਂ ਉਸਨੇ ਆਪਣੇ ਮਾਤਾ ਪਿਤਾ ਕੋਲ ਆਉਣਾ ਹੀ ਛੱਡਤਾ, ਉਹਨਾਂ ਨੂੰ ਫੋਨ ਕਰਨਾ ਵੀ ਛੱਡ ਦਿੱਤਾ। ਹਾਲਾਂਕਿ ਉਹਨਾਂ ਦੀ ਨੂੰਹ ਦੇ ਦਿਲ ਵਿੱਚ ਉਹਨਾਂ ਪ੍ਰਤੀ ਹਮਦਰਦੀ ਸੀ ਅਤੇ ਕਈ ਵਾਰ ਉਹਨਾਂ ਦਾ ਹਾਲ ਚਾਲ ਜਾਣਨ ਦੇ ਲਈ ਫੋਨ ਕਰ ਲਿਆ ਕਰਦੀ ਸੀ। ਅਕਸਰ ਕੋਮਲ ਜੀ ਆਪਣੇ ਪੁੱਤ ਨੂੰ ਫੋਨ ਲਗਾ ਕੇ ਉਸ ਨੂੰ ਆਉਣ ਨੂੰ ਕਹਿੰਦੀ, ਪਰ ਹਮੇਸ਼ਾ ਉਸ ਦਾ ਇੱਕ ਹੀ ਜਵਾਬ ਹੁੰਦਾ ਸੀ ਕਿ ਮੈਂ ਹੁਣੇ ਵਿਅਸਤ ਹਾਂ। ਜਦੋਂ ਸ਼ਾਮ ਹੋਈ ਤਾਂ ਅਚਾਨਕ ਸ਼ਾਮ ਲਾਲ ਜੀ ਨੇ ਕਿਹਾ, ਕੋਮਲ ਮੇਰਾ ਜੀ ਬਹੁਤ ਮਚਲ ਰਿਹਾ। ਕੋਮਲ ਤੁਰੰਤ ਉਸ ਦੇ ਲਈ ਰਸੋਈ ਤੋਂ ਨਿੰਬੂ ਪਾਣੀ ਬਣਾ ਕੇ ਲੈ ਆਈ, ਪਰ ਆ ਕੇ ਦੇਖਿਆ ਤਾਂ ਸ਼ਾਮ ਲਾਲ ਜੀ ਬੇਸੁੱਧ ਹਾਲਤ ਵਿੱਚ ਪਏ ਸੀ। ਉਹਨਾਂ ਦੀਆਂ ਅੱਖਾਂ ਪੱਥਰ ਬਣ ਗਈਆਂ ਸੀ ਤੇ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਸੀ। ਕੋਮਲ ਜੀ ਨੂੰ ਸਮਝਦੇ ਦੇਰ ਨਾ ਲੱਗੀ ਕਿ ਉਹਨਾਂ ਦੇ ਪਤੀ ਸ਼ਾਮ ਲਾਲ ਜੀ ਉਹਨਾਂ ਨੂੰ ਹਮੇਸ਼ਾ ਦੇ ਲਈ ਛੱਡ ਕੇ ਇਸ ਦੁਨੀਆ ਤੋਂ ਜਾ ਚੁੱਕੇ ਹਨ। ਕੋਮਲ ਜੀ ਦੀ ਤਾਂ ਜਿਵੇਂ ਦੁਨੀਆ ਹੀ ਉੱਜੜ ਗਈ। ਆਖਰ ਸ਼ਾਮ ਲਾਲ ਜੀ ਦੇ ਇਲਾਵਾ ਉਹਨਾਂ ਦਾ ਆਪਣਾ ਸੀ ਹੀ ਕੌਣ। ਪੁੱਤ ਨੂੰ ਤਾਂ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਵਿੱਚ ਆਉਣ ਦਾ ਵੀ ਸਮਾਂ ਨਹੀਂ ਸੀ। ਸ਼ਾਮ ਤੱਕ ਇੰਤਜ਼ਾਰ ਕਰਦੇ ਕਰਦੇ ਜਦੋਂ ਸਾਰੇ ਰਿਸ਼ਤੇਦਾਰ ਅਤੇ ਪਿੰਡ ਵਾਲੇ ਥੱਕ ਗਏ ਤਾਂ ਸ਼ਾਮ ਲਾਲ ਜੀ ਨੂੰ ਅੰਤਿਮ ਸੰਸਕਾਰ ਦੇ ਲਈ ਸ਼ਮਸ਼ਾਨ ਘਾਟ ਲੈ ਕੇ ਜਾਇਆ ਗਿਆ। ਉੱਥੇ ਹੀ ਉਹਨਾਂ ਦਾ ਪੁੱਤ ਦੀਪਕ ਕਾਹਲੀ ਵਿੱਚ ਉੱਥੇ ਪਹੁੰਚਿਆ ਅਤੇ ਆਪਣੇ ਪਿਤਾ ਦੀ ਮ੍ਰਿਤਕ ਸਰੀਰ ਨੂੰ ਅੱਗ ਭੇਟ ਕੀਤੀ। ਹੁਣ 2 ਦਿਨ ਬੀਤ ਗਏ ਸਨ। ਦੀਪਕ ਆਪਣੀ ਮਾਂ ਦੇ ਕੋਲ ਆ ਕੇ ਬੋਲਿਆ ਕਿ ਮੇਰੇ ਦਫ਼ਤਰ ਵਿੱਚ ਬਹੁਤ ਜ਼ਰੂਰੀ ਕੰਮ ਆ। ਉਸ ਦਿਨ ਵੀ ਮੈਂ ਬੜੀ ਮੁਸ਼ਕਲ ਨਾਲ ਛੁੱਟੀ ਲੈ ਕੇ ਆਇਆ ਸੀ, ਜੋ ਹੋਣਾ ਸੀ ਹੋ ਗਿਆ, ਉਸ ਨੂੰ ਤਾਂ ਬਦਲਿਆ ਨਹੀਂ ਜਾ ਸਕਦਾ, ਪਰ ਮੇਰਾ ਕੰਮ ਬਹੁਤ ਜ਼ਰੂਰੀ ਆ। ਕੋਮਲ ਜੀ ਗੁੰਮ-ਸੁੰਮ ਜਿਹੀ ਬੈਠੀ ਹੋਈ ਸੀ। ਉਹਨਾਂ ਨੇ ਤਾਂ ਆਪਣੇ ਪੁੱਤ ਨੂੰ ਨਾ ਤਾਂ ਜਾਣ ਦੇ ਲਈ ਕਿਹਾ ਤੇ ਨਾ ਹੀ ਉਸ ਨੂੰ ਰੁਕਣ ਦੇ ਲਈ ਕਿਹਾ, ਪਰ ਪਿੰਡ ਵਾਲੇ ਅਤੇ ਰਿਸ਼ਤੇਦਾਰ ਜੋ ਇਕੱਠੇ ਹੋਏ ਸੀ ਉਹਨਾਂ ਨੂੰ ਉਸ ਦੀਆਂ ਗੱਲਾਂ ਸੁਣ ਕੇ ਬੜੀ ਹੈਰਾਨੀ ਹੋਈ ਤੇ ਉਹਨਾਂ ਦੇ ਜ਼ੋਰ ਦੇਣ ਤੇ ਦੀਪਕ ਨੂੰ ਉੱਥੇ ਰੁਕਣਾ ਪਿਆ। ਆਪਣੇ ਪਿਤਾ ਦੀ 13ਵੀਂ ਕਰਨ ਤੋਂ ਬਾਅਦ ਜਦੋਂ ਉਹ ਉੱਥੋਂ ਵਾਪਸ ਸ਼ਹਿਰ ਦੇ ਲਈ ਨਿਕਲਣ ਲੱਗਾ
ਤਾਂ ਉਸ ਨੂੰ ਪਿੰਡ ਦੇ ਸਰਪੰਚ ਨੇ ਰੋਕ ਲਿਆ ਤੇ ਕਿਹਾ, ਬੇਟਾ ਤੇਰੀ ਬੁੱਢੀ ਮਾਂ ਦਾ ਸਿਰਫ ਤੂੰ ਹੀ ਇੱਕ ਸਹਾਰਾ, ਤੁਸੀਂ ਲੋਕਾਂ ਦੇ ਇਲਾਵਾ ਉਸ ਦਾ ਹੁਣ ਕੋਈ ਨਹੀਂ। ਤੂੰ ਵੀ ਉਸ ਨੂੰ ਇਸ ਹਾਲਤ ਵਿੱਚ ਇੱਥੇ ਛੱਡ ਕੇ ਚਲਾ ਜਾਵੇਂਗਾ ਤਾਂ ਉਹਨਾਂ ਨੂੰ ਕੌਣ ਸਾਂਭੇਗਾ? ਅਜਿਹਾ ਕਰ, ਤੂੰ ਆਪਣੀ ਮਾਂ ਨੂੰ ਵੀ ਆਪਣੇ ਨਾਲ ਲੈ ਜਾ। ਉਹ ਤੁਹਾਡੇ ਨਾਲ ਰਹੇਗੀ ਤਾਂ ਘੱਟ ਤੋਂ ਘੱਟ ਉਸ ਦਾ ਸਮਾਂ ਤਾਂ ਲੰਘ ਜਾਵੇਗਾ। ਇੱਥੇ ਇਕੱਲੇ ਤਾਂ ਘਰ ਵੀ ਉਸ ਨੂੰ ਖਾਣ ਨੂੰ ਪਵੇਗਾ। ਪਿੰਡ ਦੇ ਸਰਪੰਚ ਦੀ ਗੱਲ ਕੋਮਲ ਜੀ ਦੀ ਨੂੰਹ ਸੀਮਾ ਨੂੰ ਵੀ ਚੰਗੀ ਲੱਗੀ, ਪਰ ਉਹ ਆਪਣੇ ਪਤੀ ਦੇ ਸੁਭਾਅ ਨੂੰ ਜਾਣਦੀ ਸੀ, ਜਿਸ ਕਾਰਨ ਉਹ ਕੁਝ ਕਹਿ ਨਹੀਂ ਪਾਉਂਦੀ ਸੀ। ਸਰਪੰਚ ਦੀ ਗੱਲ ਸੁਣ ਕੇ ਦੀਪਕ ਬੋਲਿਆ, ਪਰ ਪਿੰਡ ਦੀ ਆਵੋ ਹਵਾ ਮਾਂ ਦੇ ਲਈ ਜ਼ਿਆਦਾ ਚੰਗੀ ਆ। ਸ਼ਹਿਰ ਵਿੱਚ ਮੇਰਾ ਘਰ ਇੰਨਾ ਵੱਡਾ ਨਹੀਂ ਕਿ ਮੈਂ ਮਾਂ ਨੂੰ ਵੀ ਆਪਣੇ ਨਾਲ ਰੱਖ ਸਕਾਂ। ਉਦੋਂ ਹੀ ਸਰਪੰਚ ਬੋਲਿਆ, ਬੇਟਾ ਤੂੰ ਸ਼ਾਇਦ ਜਾਣਦਾ ਨਹੀਂ ਕਿ ਤੇਰੀ ਮਾਂ ਨੇ ਆਪਣੇ ਜੀਵਨ ਵਿੱਚ ਕੀ ਖੋ ਦਿੱਤਾ ਹੈ। ਤੇਰੇ ਪਿਤਾ ਜੀ ਇਸ ਉਮਰ ਵਿੱਚ ਵੀ ਤੇਰੀ ਮਾਂ ਦਾ ਪੂਰਾ ਖਿਆਲ ਰੱਖਦੇ ਸੀ। ਹੁਣ ਜਦੋਂ ਇਸ ਉਮਰ ਵਿੱਚ ਉਹਨਾਂ ਨੂੰ ਤੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਆ ਤਾਂ ਤੂੰ ਆਪਣੀ ਮਾਂ ਨੂੰ ਨਾਲ ਨਹੀਂ ਲੈ ਕੇ ਜਾਣਾ ਚਾਹੁੰਦਾ। ਠੀਕ ਆ, ਜੇਕਰ ਤੈਨੂੰ ਆਪਣੀ ਮਾਂ ਨੂੰ ਆਪਣੇ ਨਾਲ ਰੱਖਣ ਤੋਂ ਇਤਰਾਜ਼ ਆ ਤਾਂ ਇੱਥੇ ਗ੍ਰਾਮ ਪੰਚਾਇਤ ਉਹਨਾਂ ਦੀ ਸੰਭਾਲ ਕਰ ਲਵੇਗੀ, ਪਰ ਫਿਰ ਉਸ ਦੇ ਬਾਅਦ ਮੈਂ ਤੈਨੂੰ ਤੇਰੇ ਪਿਤਾ ਦੀ ਪੁਸ਼ਤੈਨੀ ਮਕਾਨ ਵਿੱਚ ਵੜਨ ਨਹੀਂ ਦੇਵਾਂਗਾ। ਸਰਪੰਚ ਦੀ ਗੱਲ ਸੁਣ ਕੇ ਦੀਪਕ ਘਬਰਾ ਗਿਆ ਤੇ ਆਪਣੀ ਮਾਂ ਨੂੰ ਆਪਣੇ ਨਾਲ ਲੈ ਕੇ ਜਾਣ ਲਈ ਰਾਜੀ ਹੋ ਗਿਆ। ਕੋਮਲ ਜੀ ਇੱਕ ਬਹੁਤ ਵੱਡੀ ਮਾਨਸਿਕ ਪੀੜਾ ਤੋਂ ਗੁਜ਼ਰ ਰਹੀ ਸੀ, ਇਸ ਲਈ ਉਹਨਾਂ ਦੀ ਸੰਭਾਲ ਕਰਨਾ ਚਾਹੁੰਦੀ ਸੀ, ਪਰ ਉਹਨਾਂ ਦੇ ਪੁੱਤ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਸੀ। ਉਹ ਤਾਂ ਸਿਰਫ ਸਰਪੰਚ ਦੁਆਰਾ ਜ਼ੋਰ ਦਿੱਤੇ ਜਾਣ ਤੇ ਹੀ ਆਪਣੀ ਮਾਂ ਨੂੰ ਆਪਣੇ ਨਾਲ ਲਿਜਾਉਣ ਲਈ ਰਾਜੀ ਹੋ ਗਿਆ ਸੀ। ਦੀਪਕ ਪਹਿਲੇ ਦਰਜੇ ਦਾ ਮਤਲਬੀ ਅਤੇ ਲਾਲਚੀ ਵਿਅਕਤੀ ਸੀ, ਜੋ ਰਿਸ਼ਤਿਆਂ ਵਿੱਚ ਵੀ ਆਪਣਾ ਮਤਲਬ ਅਤੇ ਸਵਾਰਥ ਲੱਭਿਆ ਕਰਦਾ ਸੀ। ਉਸ ਦੀ ਇਹੀ ਗੱਲ ਉਸ ਦੀ ਪਤਨੀ ਸੀਮਾ ਨੂੰ ਬਿਲਕੁਲ ਪਸੰਦ ਨਹੀਂ ਸੀ। ਉਹ ਜਿਵੇਂ ਤਿਵੇਂ ਆਪਣੀ ਮਾਂ ਨੂੰ ਆਪਣੇ ਘਰ ਵਿੱਚ ਲੈ ਆਇਆ, ਪਰ ਕੁਝ ਹੀ ਦਿਨਾਂ ਵਿੱਚ ਉਸ ਦੀ ਮਾਂ ਉਸ ਦੀਆਂ ਅੱਖਾਂ ਵਿੱਚ ਕੰਡੇ ਦੀ ਤਰ੍ਹਾਂ ਚੁਭਣ ਲੱਗੀ, ਜਦਕਿ ਉਸ ਦੀ ਪਤਨੀ ਉਸ ਦੇ ਬਿਲਕੁਲ ਉਲਟ ਸੀ। ਉਹ ਇੱਕ ਔਰਤ ਦੇ ਦੁੱਖ ਨੂੰ ਭਲੀ ਭਾਂਤ ਸਮਝਦੀ ਸੀ, ਕਿਉਂਕਿ ਉਹ ਖੁਦ ਵੀ ਇੱਕ ਔਰਤ ਸੀ। ਤਾਂ ਉਹ ਜਾਣਦੀ ਸੀ ਕਿ ਜੇਕਰ ਕਿਸੇ ਔਰਤ ਦਾ ਸਹਾਰਾ ਉਸ ਦਾ ਸੁਹਾਗ ਉੱਜੜ ਜਾਵੇ ਤਾਂ ਉਸ ਉੱਤੇ ਕੀ ਬੀਤਦੀ ਆ। ਉਹ ਵੀ ਅਜਿਹੀ ਹਾਲਤ ਵਿੱਚ ਜਦੋਂ ਉਹ ਇਨਸਾਨ ਉਸ ਦਾ ਇਕਲੌਤਾ ਸਹਾਰਾ ਹੋਵੇ। ਪਰ ਉਹ ਚੰਗੀ ਤਰ੍ਹਾਂ ਨਾਲ ਜਾਣਦੀ ਸੀ ਕਿ ਉਸ ਦਾ ਪਤੀ ਕਿੰਨਾ ਲਾਲਚੀ ਵਿਅਕਤੀ ਆ, ਪੈਸਿਆਂ ਦੇ ਲਈ ਕਿਸੇ ਹੱਦ ਤੱਕ ਜਾ ਸਕਦਾ। ਇਸ ਲਈ ਉਹ ਚੁੱਪ ਰਹਿਣ ਦੇ ਵਿੱਚ ਹੀ ਮਜਬੂਰ ਹੋ ਗਈ। ਕੋਮਲ ਜੀ ਨੂੰ ਪੁੱਤ ਦੇ ਕੋਲ ਆਏ ਹੋਏ ਪੂਰਾ 1 ਮਹੀਨਾ ਹੋ ਚੁੱਕਿਆ ਸੀ ਅਤੇ ਦੀਪਕ ਨੇ ਪੂਰੇ ਮਹੀਨੇ ਦੇ ਖਰਚੇ ਦਾ ਹਿਸਾਬ ਲਗਾਇਆ ਤਾਂ ਉਸ ਦੇ ਹੋਸ਼ ਉੱਡ ਗਏ। ਬਿਜਲੀ ਦੇ ਬਿੱਲ ਨੂੰ ਲੈ ਕੇ ਚੀਕਦਾ ਹੋਇਆ ਆਇਆ ਤੇ ਬੋਲਿਆ, ਸੀਮਾ ਆਖਰ ਤੂੰ ਕੀ ਕਰਦੀ ਆ ਪੂਰਾ ਦਿਨ? ਘਰ ਵਿੱਚ ਜੇਕਰ ਇੱਕ ਏਸੀ ਲਗਾਇਆ ਤਾਂ ਕਿ ਸਾਰਾ ਦਿਨ ਉਸ ਦੀ ਹਵਾ ਹੀ ਖਾਂਦੀ ਰਹਿੰਦੀ ਆ ਜੋ ਇੰਨਾ ਬਿੱਲ ਆ ਗਿਆ, ਅਤੇ ਰਾਸ਼ਨ ਤੇ ਵੀ ਇੰਨਾ ਖਰਚ ਹੋਣ ਲੱਗਿਆ। ਪੂਰਾ 1500 ਰੁਪਈਆ ਜ਼ਿਆਦਾ ਖਰਚ ਹੋਏ ਹਨ ਇਸ ਵਾਰ। ਉਦੋਂ ਹੀ ਸੀਮਾ ਬੋਲੀ, ਇੰਨੀ ਜ਼ੋਰ ਨਾਲ ਕਿਉਂ ਚੀਕ ਰਹੇ ਹੋ? ਮਾਂ ਜੀ ਪਿੰਡ ਤੋਂ ਆਈ ਆ ਤਾਂ ਇਸ ਵਿੱਚ ਜੇਕਰ 1500 ਰੁਪਏ ਦਾ ਖਰਚਾ ਵੱਧ ਗਿਆ ਤਾਂ ਕਿਹੜਾ ਸਮਾਨ ਟੁੱਟ ਗਿਆ? ਇੰਨੀ ਕੰਜੂਸੀ ਚੰਗੀ ਗੱਲ ਨਹੀਂ ਹੁੰਦੀ। ਇਸ ਵਿੱਚ ਤਾਂ 1000 ਰੁਪਏ ਤਾਂ ਪਿੰਡ ਵਿੱਚ ਆਉਣ ਤੇ ਕਿਰਾਏ ਵਿੱਚ ਹੀ ਖਰਚ ਹੋਏ ਹਨ। ਸੁਣੋ ਜੀ, ਉਹ ਤੁਹਾਡੀ ਮਾਂ ਅਤੇ ਹੁਣ ਉਹ ਸਾਡੇ ਨਾਲ ਆ ਤਾਂ ਸਾਨੂੰ ਉਹਨਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਚਾਹੀਦਾ, ਅਤੇ ਤੁਸੀਂ ਹੋ ਕਿ ਆਪਣੇ ਥੋੜੇ ਜਿਹੇ ਖਰਚੇ ਉੱਤੇ ਹੀ ਚੀਕਣ ਲੱਗੇ ਹੋ। ਕੋਮਲ ਜੀ ਇਹ ਸਾਰੀਆਂ ਗੱਲਾਂ ਸੁਣ ਰਹੀ ਸੀ। ਉਹਨਾਂ ਦੀ ਮਾਨਸਿਕ ਸਥਿਤੀ ਤਾਂ ਪਹਿਲਾਂ ਹੀ ਖਰਾਬ ਹੋ ਚੁੱਕੀ ਸੀ ਤੇ ਉੱਪਰ ਤੋਂ ਉਹਨਾਂ ਦੇ ਪੁੱਤ ਦੀਆਂ ਅਜਿਹੀਆਂ ਗੱਲਾਂ ਉਹਨਾਂ ਦੀ ਸਿਹਤ ਉੱਤੇ ਹੋਰ ਵੀ ਬੁਰਾ ਅਸਰ ਪਾਉਂਦੀਆਂ ਜਾ ਰਹੀਆਂ ਸੀ। ਵੱਧਦੇ ਖਰਚਿਆਂ ਨੂੰ ਲੈ ਕੇ ਸੀਮਾ ਨਾਲ ਝਗੜਾ ਕਰਨਾ ਦੀਪਕ ਦਾ ਰੋਜ਼ ਦਾ ਕੰਮ ਸੀ, ਜਿਸ ਦਾ ਪ੍ਰਣਾਮ ਇਹ ਹੋਇਆ ਕਿ ਕੋਮਲ ਜੀ ਦੀ ਤਬੀਅਤ ਦਿਨ ਬ ਦਿਨ ਵਿਗੜਦੀ ਜਾ ਰਹੀ ਸੀ। ਇਵੇਂ ਦਾ ਸੀਮਾ ਜੀ ਆਪਣੀ ਸੱਸ ਦਾ ਪੂਰਾ ਧਿਆਨ ਰੱਖਦੀ ਸੀ, ਪਰ ਦੀਪਕ ਨੂੰ ਸਿਰਫ ਅਤੇ ਸਿਰਫ ਆਪਣੇ ਪੈਸਿਆਂ ਦੀ ਪਈ ਸੀ। ਆਪਣੀ ਸੱਸ ਦੀ ਵਿਗੜਦੀ ਹੋਈ ਸਿਹਤ ਨੂੰ ਦੇਖਦੇ ਹੋਏ ਇੱਕ ਦਿਨ ਸੀਮਾ ਨੇ ਆਪਣੇ ਪਤੀ ਦੀਪਕ ਨੂੰ ਕਿਹਾ, ਮਾਂ ਜੀ ਨੂੰ ਡਾਕਟਰ ਦੇ ਕੋਲ ਦਿਖਾ ਲਿਆਓ। ਮਨ ਵਿੱਚ ਗੁੱਸਾ ਲੈ ਕੇ ਦੀਪਕ ਆਪਣੀ ਮਾਂ ਨੂੰ ਡਾਕਟਰ ਦੇ ਕੋਲ ਲੈ ਗਿਆ। ਜਦੋਂ ਦਵਾਈ ਦਵਾ ਕੇ ਘਰ ਪਹੁੰਚਿਆ ਤਾਂ ਦਵਾਈ ਨੂੰ ਮੇਜ਼ ਉੱਤੇ ਸੁੱਟਦੇ ਹੋਏ ਗੁੱਸੇ ਵਿੱਚ ਚੀਕਣ ਲੱਗਾ, ਸੀਮਾ ਕਿੱਥੇ ਆ ਤੂੰ?
ਬਸ ਹੁਣ ਬਹੁਤ ਹੋ ਗਿਆ। ਮੈਂ ਇਸ ਤੋਂ ਜ਼ਿਆਦਾ ਮਾਂ ਨੂੰ ਆਪਣੇ ਕੋਲ ਨਹੀਂ ਰੱਖ ਸਕਦਾ। ਇਹਨਾਂ ਨੂੰ ਝੱਲਣਾ ਹੁਣ ਮੇਰੇ ਵੱਸ ਦੀ ਗੱਲ ਨਹੀਂ। ਇਸ ਲਈ ਮੈਂ ਇਹਨਾਂ ਨੂੰ ਛੱਡਣ ਜਾ ਰਿਹਾ। ਇੰਨਾ ਕਹਿਣ ਦੀ ਦੇਰ ਸੀ ਕਿ ਸੀਮਾ ਆਪਣੇ ਕਮਰੇ ਤੋਂ ਭੱਜੀ ਆਈ ਤੇ ਬੋਲੀ, ਛੱਡ ਕੇ ਆ ਰਹੇ ਹੋ? ਕੀ ਮਤਲਬ? ਕਿੱਥੇ ਛੱਡ ਕੇ ਆਓਗੇ ਤੇ ਕਿਸ ਕੋਲ? ਸੀਮਾ, ਮੈਨੂੰ ਸਭ ਨਹੀਂ ਪਤਾ। ਮੈਂ ਬਸ ਇੰਨਾ ਜਾਣਦਾ ਕਿ ਹੁਣ ਮੈਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਹਰ ਚੀਜ਼ ਦੀ ਇੱਕ ਹੱਦ ਹੁੰਦੀ ਆ। ਕੀ ਤੈਨੂੰ ਪਤਾ ਵੀ ਆ ਕਿ ਮਾਂ ਦੀਆਂ ਦਵਾਈਆਂ ਕਿੰਨੀਆਂ ਮਹਿੰਗੀਆਂ ਆਈਆਂ? ਇੰਨੇ ਵਿੱਚ ਤਾਂ ਸਾਡੇ ਪੂਰੇ ਮਹੀਨੇ ਦਾ ਖਰਚ ਨਿਕਲ ਆਵੇਗਾ। ਇਵੇਂ ਹੀ ਖਰਚਾ ਕਰਦਾ ਰਿਹਾ ਤਾਂ ਮੈਂ ਸੜਕ 'ਤੇ ਆ ਜਾਊਂਗਾ। ਇਸ ਤੋਂ ਚੰਗਾ ਕਿ ਮਾਂ ਨੂੰ ਉੱਥੇ ਹੀ ਛੱਡ ਆਉਣਾ। ਪਰ ਸੀਮਾ ਨੇ ਕਿਹਾ ਕਿ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਉਹ ਤੁਹਾਡੀ ਮਾਂ, ਤੁਸੀਂ ਉਹਨਾਂ ਨੂੰ ਸੜਕ 'ਤੇ ਛੱਡਣਾ ਚਾਹੁੰਦੇ ਹੋ? ਅਜਿਹਾ ਸੋਚ ਵੀ ਕਿਵੇਂ ਸਕਦੇ ਹੋ? ਅਤੇ ਮੈਂ ਅਜਿਹਾ ਬਿਲਕੁਲ ਨਹੀਂ ਹੋਣ ਦੇਵਾਂਗੀ, ਸਮਝੇ ਤੁਸੀਂ? ਆਪਣੀ ਪਤਨੀ ਦੀ ਉੱਚੀ ਆਵਾਜ਼ ਸੁਣ ਕੇ ਦੀਪਕ ਹੈਰਾਨ ਖੜਾ ਰਹਿ ਗਿਆ, ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਉਸਦੀ ਪਤਨੀ ਨੇ ਉਸ ਨਾਲ ਇੰਨੀ ਉੱਚੀ ਆਵਾਜ਼ ਵਿੱਚ ਗੱਲ ਕੀਤੀ ਸੀ। ਪਰ ਉਸਦੇ ਤੁਰੰਤ ਬਾਅਦ ਹੀ ਸੀਮਾ ਨੇ ਗੱਲ ਨੂੰ ਸੰਭਾਲਦੇ ਹੋਏ ਪਿਆਰ ਨਾਲ ਆਪਣੇ ਪਤੀ ਨੂੰ ਕਿਹਾ, ਦੇਖੋ, ਮੈਂ ਜਾਣਦੀ ਹਾਂ ਕਿ ਅੱਜ ਕੱਲ੍ਹ ਮਹਿੰਗਾਈ ਬਹੁਤ ਵੱਧ ਗਈ ਆ, ਪਰ ਇਸ ਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਹਟ ਜਾਈਏ। ਉਹ ਤੁਹਾਡੀ ਮਾਂ ਹੈ ਤੇ ਉਹਨਾਂ ਦੀ ਜ਼ਿੰਮੇਵਾਰੀ ਤੁਹਾਡੀ ਆ, ਕਿਸੇ ਹੋਰ ਦੀ ਨਹੀਂ। ਪਰ ਸੀਮਾ ਦੀ ਕਹੀ ਗੱਲ ਦਾ ਉਸਦੇ ਪਤੀ ਉੱਪਰ ਬਿਲਕੁਲ ਵੀ ਅਸਰ ਨਹੀਂ ਪਿਆ। ਉਹ ਹੁਣ ਆਪਣੀ ਮਾਂ ਨੂੰ ਖੁਦ ਤੋਂ ਦੂਰ ਕਰਨਾ ਚਾਹੁੰਦਾ ਸੀ, ਪਰ ਉਸ ਨੂੰ ਕੋਈ ਤਰਕੀਬ ਨਹੀਂ ਸੁੱਝ ਰਹੀ ਸੀ ਕਿ ਉਹ ਆਖਰ ਅਜਿਹਾ ਕੀ ਕਰੇ ਜਿਸ ਨਾਲ ਉਸ ਦੀ ਮਾਂ ਉਸ ਤੋਂ ਦੂਰ ਹੋ ਜਾਵੇ, ਕਿਉਂਕਿ ਉਹ ਇੰਨਾ ਤਾਂ ਸਮਝ ਚੁੱਕਿਆ ਸੀ ਕਿ ਸੀਮਾ ਦੇ ਹੁੰਦੇ ਹੋਏ ਅਜਿਹਾ ਕਰਨਾ ਕੋਈ ਆਸਾਨ ਕੰਮ ਤਾਂ ਨਹੀਂ ਹੈ। ਹੁਣ ਉਹ ਸਹੀ ਸਮੇਂ ਦਾ ਇੰਤਜ਼ਾਰ ਕਰਨ ਲੱਗਾ। ਇੱਕ ਦਿਨ ਜਦੋਂ ਉਹ ਆਪਣੀ ਮਾਂ ਨੂੰ ਦਵਾਈ ਦਿਵਾਉਣ ਦੇ ਲਈ ਹਸਪਤਾਲ ਲੈ ਗਿਆ ਤਾਂ ਉੱਥੇ ਉਸ ਨੂੰ ਇੱਕ ਵਿਅਕਤੀ ਮਿਲਿਆ ਜੋ ਬਹੁਤ ਜ਼ਿਆਦਾ ਪਰੇਸ਼ਾਨ ਸੀ। ਦਰਅਸਲ ਉਸ ਦੀ ਮਾਂ ਦੀ ਕੋਈ ਕਿਡਨੀ ਖਰਾਬ ਹੋ ਗਈ ਸੀ, ਜਿਸ ਕਾਰਨ ਉਹਨਾਂ ਨੂੰ ਕਿਡਨੀ ਟ੍ਰਾਂਸਪਲਾਂਟ ਕਰਵਾਉਣ ਦੇ ਲਈ ਇੱਕ ਡੋਨਰ ਦੀ ਜ਼ਰੂਰਤ ਸੀ। ਪਰੰਤੂ ਉਹਨਾਂ ਨੂੰ ਇੱਕ ਪਰਫੈਕਟ ਡੋਨਰ ਨਹੀਂ ਮਿਲ ਪਾ ਰਿਹਾ ਸੀ ਤੇ ਉਹਨਾਂ ਦੇ ਕੋਲ ਕੁਝ ਹੀ ਦਿਨਾਂ ਦਾ ਸਮਾਂ ਸੀ। ਦੀਪਕ ਇਹ ਦੇਖ ਕੇ ਹੈਰਾਨ ਸੀ ਕਿ ਉਹ ਆਦਮੀ ਆਪਣੀ ਮਾਂ ਦੇ ਲਈ ਲੱਖਾਂ ਰੁਪਏ ਦੇਣ ਨੂੰ ਤਿਆਰ ਸੀ ਤਾਂ ਕਿ ਉਸ ਦੀ ਮਾਂ ਨੂੰ ਕਿਡਨੀ ਦੇਣ ਦੇ ਲਈ ਤਿਆਰ ਹੋ ਜਾਵੇ। ਜਿਵੇਂ ਹੀ ਇਹ ਗੱਲ ਦੀਪਕ ਨੂੰ ਪਤਾ ਲੱਗੀ ਤਾਂ ਉਸਨੇ ਖੁਰਾਪਾਤੀ ਦਿਮਾਗ ਵਿੱਚ ਇੱਕ ਬਹੁਤ ਹੀ ਘਟੀਆ ਤਰਕੀਬ ਆ ਗਈ। ਉਸਨੇ ਜਾ ਕੇ ਡਾਕਟਰ ਨਾਲ ਗੱਲ ਕੀਤੀ ਤੇ ਕਿਹਾ ਉਸਦੇ ਕੋਲ ਇੱਕ ਡੋਨਰ ਆ। ਉਸਨੇ ਡਾਕਟਰ ਨਾਲ ਆਪਣੀ ਮਾਂ ਦੇ ਬਾਰੇ ਵਿੱਚ ਗੱਲ ਕੀਤੀ, ਪਰ ਡਾਕਟਰ ਨੇ ਕਿਹਾ ਇਸ ਉਮਰ ਵਿੱਚ ਮਾਂ ਜੀ ਦੀ ਕਿਡਨੀ ਕੱਢਣ ਨਾਲ ਉਹਨਾਂ ਦੀ ਸਿਹਤ ਉੱਤੇ ਬਹੁਤ ਬੁਰਾ ਅਸਰ ਪੈ ਸਕਦਾ। ਇਸ ਲਈ ਡਾਕਟਰ ਨੇ ਉਸ ਦੀ ਗੱਲ ਨਹੀਂ ਮੰਨੀ ਤਾਂ ਦੀਪਕ ਨੇ ਡਾਕਟਰ ਨੂੰ ਕਿਡਨੀ ਦੇ ਬਦਲੇ ਮਿਲਣ ਵਾਲੇ ਪੈਸਿਆਂ ਵਿੱਚੋਂ ਕੁਝ ਹਿੱਸਾ ਦੇਣ ਦੀ ਪੇਸ਼ਕਸ਼ ਕੀਤੀ। ਡਾਕਟਰ ਨੂੰ ਵੀ ਪਤਾ ਸੀ ਕਿ ਉਹ ਆਦਮੀ ਆਪਣੀ ਮਾਂ ਦੀ ਜਾਨ ਬਚਾਉਣ ਦੇ ਲਈ ਡੋਨਰ ਨੂੰ ਮੂੰਹ ਮੰਗੀ ਕੀਮਤ ਦੇਣ ਨੂੰ ਤਿਆਰ ਆ, ਤਾਂ ਡਾਕਟਰ ਨੇ ਵੀ ਲਾਲਚ ਵਿੱਚ ਆ ਕੇ ਹਾਂ ਕਰ ਦਿੱਤੀ। ਉਧਰ ਕੋਮਲ ਜੀ ਆਪਣੀ ਬਿਮਾਰੀ ਦੇ ਕਾਰਨ ਪਹਿਲਾਂ ਹੀ ਬੇਸੁੱਧ ਜਿਹੀ ਰਹਿੰਦੀ ਸੀ। ਇਸ ਲਈ ਦੀਪਕ ਆਪਣੀ ਮਾਂ ਨੂੰ ਡਾਕਟਰ ਦੀ ਨਿਗਰਾਨੀ ਵਿੱਚ ਹਸਪਤਾਲ ਵਿੱਚ ਹੀ ਛੱਡ ਕੇ ਚਲਾ ਗਿਆ ਤਾਂ ਕਿ ਕਿਡਨੀ ਟ੍ਰਾਂਸਪਲਾਂਟ ਤੋਂ ਪਹਿਲਾਂ ਜੋ ਵੀ ਚੈੱਕਅਪ ਉਹ ਕਰਨਾ ਚਾਹੁੰਦੇ ਆ ਆਸਾਨੀ ਨਾਲ ਕਰ ਲੈਣ, ਕਿਉਂਕਿ ਡਾਕਟਰ ਨੇ ਕਿਹਾ ਸੀ ਕਿ ਅਸੀਂ ਇਵੇਂ ਹੀ ਕਿਸੇ ਦੀ ਕਿਡਨੀ ਕੱਢ ਕੇ ਕਿਸੇ ਦੂਜੇ ਵਿੱਚ ਟ੍ਰਾਂਸਪਲਾਂਟ ਨਹੀਂ ਕਰ ਸਕਦੇ। ਉਸ ਦੇ ਲਈ ਬਹੁਤ ਸਾਰੇ ਚੈੱਕਅਪ ਕਰਨੇ ਹੁੰਦੇ ਹਨ ਅਤੇ ਜਦੋਂ ਸਾਰੀ ਰਿਪੋਰਟ ਦੇਖ ਲਈ ਜਾਵੇਗੀ ਉਦੋਂ ਪਤਾ ਚੱਲ ਜਾਵੇਗਾ ਕਿ ਉਹ ਸਹੀ ਡੋਨਰ ਹੈ ਜਾਂ ਨਹੀਂ। ਇਸ ਲਈ ਦੀਪਕ ਆਪਣੀ ਮਾਂ ਨੂੰ ਉੱਥੇ ਹੀ ਹਸਪਤਾਲ ਵਿੱਚ ਛੱਡ ਕੇ ਚਲਾ ਗਿਆ ਅਤੇ ਜਿਵੇਂ ਹੀ ਉਹ ਘਰ ਪਹੁੰਚਿਆ ਤਾਂ ਸੀਮਾ ਉਸ ਤੋਂ ਮਾਂ ਜੀ ਦੇ ਬਾਰੇ ਵਿੱਚ ਪੁੱਛਣ ਲੱਗੀ। ਪਰ ਸੀਮਾ ਨੇ ਦੇਖਿਆ ਕਿ ਉਸ ਦਾ ਪਤੀ ਦੀਪਕ ਉਸ ਤੋਂ ਨਜ਼ਰਾਂ ਚੁਰਾ ਰਿਹਾ ਸੀ। ਕਾਫੀ ਦੇਰ ਤਾਂ ਉਹ ਚੁੱਪ ਰਿਹਾ, ਪਰ ਜਦੋਂ ਸੀਮਾ ਨੇ ਕਾਫੀ ਵਾਰ ਪੁੱਛਿਆ ਤਾਂ ਉਸਨੇ ਕਿਹਾ ਕਿ ਜਦੋਂ ਮੈਂ ਮਾਂ ਜੀ ਨੂੰ ਦਵਾਈ ਦਵਾ ਕੇ ਆ ਰਿਹਾ ਸੀ ਤਾਂ ਮਾਂ ਜੀ ਅਚਾਨਕ ਸੜਕ ਦੇ ਦੂਜੇ ਪਾਸੇ ਚਲੀ ਗਈ। ਜਦੋਂ ਮੈਂ ਉਹਨਾਂ ਦੇ ਪਿੱਛੇ ਜਾਣ ਲੱਗਾ ਤਾਂ ਸੜਕ ਤੋਂ ਗੱਡੀ ਆ ਰਹੀ ਸੀ ਤੇ ਨਾ ਜਾਣੇ ਮਾਂ ਜੀ ਕਿੱਥੇ ਚਲੀ ਗਈ। ਸੀਮਾ ਨੂੰ ਇਹ ਸਭ ਕੁਝ ਅਜੀਬ ਲੱਗਾ। ਉਹ ਬੋਲੀ, ਕਮਾਲ ਆ ਤੁਹਾਡੀ, ਮੌਜੂਦਗੀ ਵਿੱਚ ਮਾਂ ਅਚਾਨਕ ਕਿੱਥੇ ਚਲੀ ਗਈ? ਤੁਸੀਂ ਇੱਥੇ ਆਰਾਮ ਨਾਲ ਬੈਠੇ ਹੋ। ਤਾਂ ਦੀਪਕ ਬੋਲਿਆ, ਤਾਂ ਮੈਂ ਕੀ ਕਰਦਾ? ਤੈਨੂੰ ਵੀ ਪਤਾ ਕਿ 24 ਘੰਟਿਆਂ ਤੋਂ ਪਹਿਲਾਂ ਕੋਈ ਵੀ ਪੁਲਿਸ ਵਾਲਾ ਕੋਈ ਕਾਰਵਾਈ ਨਹੀਂ ਕਰਦਾ।
ਇਸ ਵਿੱਚ ਮੈਂ ਵੀ ਕੀ ਕਰ ਸਕਦਾ। ਮੈਂ ਉਹਨਾਂ ਨੂੰ ਕਾਫੀ ਲੱਭਿਆ ਪਰ ਉਹ ਨਹੀਂ ਮਿਲੇ। ਹੁਣ ਤੂੰ ਹੀ ਦੱਸ ਮੈਂ ਕੀ ਕਰਦਾ। ਸੀਮਾ ਉਸ ਸਮੇਂ ਚੁੱਪ ਹੋ ਗਈ, ਪਰ ਇਹ ਗੱਲ ਉਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਮਾਂ ਜੀ ਆਪਣੇ ਆਪ ਕਿਤੇ ਚਲੀ ਗਈ। ਇਸ ਲਈ ਉਹ ਖੁਦ ਹੀ ਆਪਣੀ ਸੱਸ ਨੂੰ ਲੱਭਣ ਦੇ ਲਈ ਨਿਕਲ ਪਈ। ਪਰੰਤੂ ਲੱਭਦੇ ਲੱਭਦੇ ਰਾਤ ਹੋ ਗਈ ਤੇ ਕੋਮਲ ਜੀ ਦਾ ਕੋਈ ਅਤਾ ਪਤਾ ਨਹੀਂ ਸੀ। ਹੁਣ 24 ਘੰਟੇ ਲੰਘਣ ਦਾ ਇੰਤਜ਼ਾਰ ਕਰਨ ਲੱਗੀ। ਜਿਵੇਂ ਹੀ ਅਗਲੀ ਸਵੇਰ ਹੋਈ ਤਾਂ ਸੀਮਾ ਇਹ ਦੇਖ ਕੇ ਹੈਰਾਨ ਹੋ ਕੇ ਦੀਪਕ ਜਲਦੀ ਜਲਦੀ ਉੱਠ ਕੇ ਨਹਾ ਧੋ ਕੇ ਤਿਆਰ ਹੋ ਗਿਆ ਤੇ ਘਰ ਤੋਂ ਜਲਦਬਾਜ਼ੀ ਵਿੱਚ ਨਿਕਲ ਗਿਆ। ਦੀਪਕ ਨੇ ਹਸਪਤਾਲ ਵਿੱਚ ਜਾ ਕੇ ਡਾਕਟਰ ਨਾਲ ਗੱਲਬਾਤ ਕੀਤੀ ਤੇ ਜਦੋਂ ਉਸ ਨੂੰ ਡਾਕਟਰ ਨੇ ਦੱਸਿਆ ਕਿ ਕੋਮਲ ਜੀ ਉਸ ਵਿਅਕਤੀ ਦੀ ਮਾਂ ਦੇ ਲਈ ਇੱਕ ਪਰਫੈਕਟ ਡੋਨਰ ਹੈ ਤਾਂ ਉਸ ਨੂੰ ਅਜਿਹਾ ਲੱਗਾ ਜਿਵੇਂ ਉਸ ਦੀ ਤਾਂ ਲਾਟਰੀ ਲੱਗ ਗਈ ਹੋਵੇ। ਉਸ ਦੀਆਂ ਅੱਖਾਂ ਵਿੱਚ ਢੇਰ ਸਾਰੇ ਪੈਸਿਆਂ ਦੀਆਂ ਤਸਵੀਰਾਂ ਨੱਚਣ ਲੱਗੀਆਂ। ਡਾਕਟਰ ਨੇ ਉਸ ਨੂੰ ਦੱਸਿਆ ਕਿ ਉਹ ਆਦਮੀ ਕਿਡਨੀ ਦੇ ਲਈ 70 ਲੱਖ ਰੁਪਏ ਦੇਣ ਨੂੰ ਤਿਆਰ ਆ। ਤਾਂ ਦੀਪਕ ਨੂੰ ਇਹ ਸੁਣ ਕੇ ਹੋਰ ਵੀ ਲਾਲਚ ਆ ਗਿਆ। ਉਸਨੇ ਡਾਕਟਰ ਦੇ ਸਾਹਮਣੇ ਇੱਕ ਗੱਲ ਪੂਰੀ ਤਰ੍ਹਾਂ ਨਾਲ ਸਪਸ਼ਟ ਕਰ ਦਿੱਤੀ ਕਿ ਉਹ ਆਪਣੀ ਮਾਂ ਦੀ ਜਾਨ ਨੂੰ ਸਿਰਫ ਕੁਝ ਲੱਖ ਰੁਪਇਆਂ ਦੇ ਲਈ ਨਹੀਂ ਦਾਅ 'ਤੇ ਲਾ ਸਕਦਾ। ਆਖਰ ਮਾਂ ਦੇ ਪਿਆਰ ਨੂੰ ਕੋਈ ਇੰਨੀ ਘੱਟ ਕੀਮਤ ਵਿੱਚ ਕਿਵੇਂ ਵੇਚ ਸਕਦਾ। ਦੀਪਕ ਨੇ ਸੋਚਿਆ ਪੂਰੀ ਉਮਰ ਦੇ ਲਈ ਪੈਸਾ ਇਕੱਠਾ ਕਰਨਾ ਤਾਂ ਇੱਕੋ ਹੀ ਚੰਗਾ ਮੌਕਾ ਫਿਰ ਕਿਤੇ ਨਹੀਂ ਮਿਲੇਗਾ। ਇਸ ਲਈ ਉਹ ਉਸ ਦੇ ਲਾਲਚ ਦੇ ਵੱਸ ਵਿੱਚ ਆ ਕੇ ਆਪਣੀ ਮਾਂ ਦੀ ਕਿਡਨੀ ਦੇ ਲਈ ਪੂਰੇ 1 ਕਰੋੜ ਰੁਪਏ ਦੀ ਮੰਗ ਕੀਤੀ ਤੇ ਮਨ ਵਿੱਚ ਸੋਚਣ ਲੱਗਾ ਕਿ ਬਸ ਮੈਨੂੰ 1 ਕਰੋੜ ਰੁਪਏ ਮਿਲ ਜਾਣ, ਫਿਰ ਇਹ ਲੋਕ ਚਾਹੇ ਮਾਂ ਦੀ ਕਿਡਨੀ ਕੱਢਣ ਜਾਂ ਅੱਖਾਂ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਉਹ ਅਮੀਰ ਵਿਅਕਤੀ ਨੇ 1 ਕਰੋੜ ਦੇਣ ਦੇ ਲਈ ਵੀ ਹਾਂ ਕਰ ਦਿੱਤੀ। ਉਧਰ ਸੀਮਾ ਦੇ ਸ਼ੱਕ ਦੀ ਸੂਈ ਲਗਾਤਾਰ ਉਸਦੇ ਪਤੀ ਦੀਪਕ ਦੇ ਵੱਲ ਜਾ ਰਹੀ ਸੀ, ਕਿਉਂਕਿ ਦੀਪਕ ਸਵੇਰੇ ਸਵੇਰੇ ਇੰਨੀ ਜਲਦਬਾਜ਼ੀ ਵਿੱਚ ਨਿਕਲਿਆ ਸੀ। ਉਹ ਜਾਣਦੀ ਸੀ ਕਿ ਉਹ ਕੋਈ ਆਮ ਘਟਨਾ ਨਹੀਂ ਹੈ, ਇਸ ਦੇ ਪਿੱਛੇ ਜ਼ਰੂਰ ਕੋਈ ਨਾ ਕੋਈ ਰਾਜ਼ ਆ। ਆਪਣੇ ਪਤੀ ਦੇ ਜਾਣ ਤੋਂ ਤੁਰੰਤ ਬਾਅਦ ਹੀ ਉਹ ਆਪਣੀ ਸੱਸ ਦੀ ਫੋਟੋ ਲੈ ਕੇ ਪੁਲਿਸ ਸਟੇਸ਼ਨ ਚਲੀ ਗਈ ਤੇ ਉੱਥੇ ਜਾ ਕੇ ਉਸਨੇ ਸਾਰੀ ਗੱਲ ਦੱਸੀ। ਪਰ ਕਾਂਸਟੇਬਲ ਨੇ ਕਿਹਾ ਕਿ 24 ਘੰਟੇ ਤੋਂ ਪਹਿਲਾਂ ਕੁਝ ਨਹੀਂ ਕੀਤਾ ਜਾ ਸਕਦਾ। ਪਰ ਜਿਵੇਂ ਹੀ ਸੀਮਾ ਨੇ ਇੰਸਪੈਕਟਰ ਨੂੰ ਸਾਰੀ ਗੱਲ ਦੱਸੀ ਤਾਂ ਉਸ ਸਮੇਂ ਇੰਸਪੈਕਟਰ ਨੇ ਨੋਟਿਸ ਕੀਤਾ ਕਿ ਇਸ ਹਿਸਾਬ ਨਾਲ ਤਾਂ 24 ਘੰਟੇ ਹੋ ਚੁੱਕੇ ਹਨ। ਪਰ FIR ਦਰਜ ਕਰਵਾਉਣ ਦੇ ਬਾਅਦ ਉਹ ਪੁਲਿਸ ਨੂੰ ਲੈ ਕੇ ਹਸਪਤਾਲ ਦੇ ਲਈ ਨਿਕਲੀ, ਜਿੱਥੇ ਉਸ ਦੀ ਸੱਸ ਜਾਣੀ ਕਿ ਕੋਮਲ ਜੀ ਦਾ ਇਲਾਜ ਚੱਲ ਰਿਹਾ ਸੀ। ਉਧਰ ਦੀਪਕ ਤਾਂ ਪੈਸੇ ਦੇ ਲਾਲਚ ਵਿੱਚ ਅੰਨਾ ਹੋ ਚੁੱਕਿਆ ਸੀ। ਉਸ ਦੇ ਮਨ ਵਿੱਚ ਸਿਰਫ ਇਹੀ ਵਿਚਾਰ ਚੱਲ ਰਿਹਾ ਸੀ ਕਿ ਇੱਕ ਵਾਰ ਢੇਰ ਸਾਰਾ ਪੈਸਾ ਮਿਲ ਜਾਵੇ ਤਾਂ ਇੱਥੋਂ ਕਿਤੇ ਦੂਰ ਚਲਾ ਜਾਊਂਗਾ ਤੇ ਸੀਮਾ ਨੂੰ ਵੀ ਕੋਈ ਨਾ ਕੋਈ ਝੂਠ ਬੋਲ ਦੇਊਂਗਾ। ਕੋਮਲ ਜੀ ਕੱਲ ਤੋਂ ਹੀ ਨਸ਼ੇ ਦੀ ਹਾਲਤ ਵਿੱਚ ਸੀ, ਕਿਉਂਕਿ ਉਹਨਾਂ ਨੂੰ ਨਸ਼ੀਲਾ ਇੰਜੈਕਸ਼ਨ ਦੇ ਦਿੱਤਾ ਗਿਆ ਸੀ ਤਾਂ ਕਿ ਉਹ ਇਸ ਗੱਲ ਦਾ ਵਿਰੋਧ ਨਾ ਕਰੇ। ਹੁਣ ਉਹਨਾਂ ਨੂੰ ਆਪਰੇਸ਼ਨ ਥੀਏਟਰ ਵਿੱਚ ਲਿਜਾਇਆ ਜਾ ਰਿਹਾ ਸੀ। ਜਦੋਂ ਹਸਪਤਾਲ ਵਿੱਚ ਸੀਮਾ ਕੁਝ ਪੁਲਿਸ ਵਾਲਿਆਂ ਦੇ ਨਾਲ ਪਹੁੰਚੀ ਅਤੇ ਫਿਰ ਉੱਥੇ ਗਈ ਜਿੱਥੇ ਉਸ ਦੀ ਸੱਸ ਦੀ ਦਵਾਈ ਮਿਲਦੀ ਸੀ, ਪਰ ਉੱਥੇ ਕੋਈ ਨਹੀਂ ਸੀ। ਡਾਕਟਰ ਵੀ ਛੁੱਟੀ 'ਤੇ ਸੀ ਤੇ ਸੀਮਾ ਉੱਥੇ ਹੀ ਬੈਠੀ ਹੋਈ ਇੱਕ ਨਰਸ ਤੋਂ ਡਾਕਟਰ ਦੇ ਬਾਰੇ ਵਿੱਚ ਪੁੱਛਿਆ ਤਾਂ ਨਰਸ ਨੇ ਦੱਸਿਆ ਕਿ ਡਾਕਟਰ ਤਾਂ ਕਈ ਦਿਨਾਂ ਤੋਂ ਛੁੱਟੀ 'ਤੇ ਹਨ। ਫਿਰ ਸੀਮਾ ਨੇ ਆਪਣੀ ਸੱਸ ਦੀ ਫੋਟੋ ਦਿਖਾ ਕੇ ਨਰਸ ਤੋਂ ਉਹਨਾਂ ਦੇ ਬਾਰੇ ਵਿੱਚ ਪੁੱਛਿਆ ਤਾਂ ਨਰਸ ਬੋਲੀ, ਜੀ ਹਾਂ, ਇਹ ਔਰਤ ਤਾਂ ਕੱਲ ਇੱਥੇ ਦਵਾਈ ਲੈਣ ਦੇ ਲਈ ਆਈ ਸੀ। ਇਹਨਾਂ ਦੇ ਨਾਲ ਇੱਕ ਆਦਮੀ ਵੀ ਸੀ। ਕੁਝ ਦੇਰ ਇੱਥੇ ਰੁਕੇ ਸੀ, ਪਰੰਤੂ ਉਹ ਆਦਮੀ ਫਿਰ ਦੂਜੇ ਡਾਕਟਰ ਨਾਲ ਮਿਲਣ ਦੇ ਲਈ ਚਲਾ ਗਿਆ ਸੀ। ਪਰ ਉਸ ਦੇ ਬਾਅਦ ਮੈਨੂੰ ਨਹੀਂ ਪਤਾ ਉਹ ਆਦਮੀ ਅਤੇ ਔਰਤ ਕਿੱਥੇ ਗਏ, ਕਿਉਂਕਿ ਮੇਰੀ ਛੁੱਟੀ ਦਾ ਸਮਾਂ ਹੋ ਗਿਆ ਸੀ। ਮੇਰੀ ਜਗ੍ਹਾ ਜਿਸ ਨਰਸ ਦੀ ਡਿਊਟੀ ਸੀ, ਸ਼ਾਇਦ ਉਹ ਇਸ ਬਾਰੇ ਵਿੱਚ ਤੁਹਾਨੂੰ ਦੱਸ ਪਾਵੇਗੀ। ਸੀਮਾ ਨੇ ਦੂਜੇ ਡਾਕਟਰ ਦੇ ਬਾਰੇ ਵਿੱਚ ਪੁੱਛਿਆ ਤਾਂ ਉਹਨਾਂ ਨਾਲ ਮਿਲਣ ਗਈ। ਉੱਥੇ ਜਾ ਕੇ ਦੇਖਿਆ ਕਿ ਡਾਕਟਰ ਨਹੀਂ ਸੀ। ਰਿਸੈਪਸ਼ਨ 'ਤੇ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਡਾਕਟਰ ਤਾਂ ਕਿਡਨੀ ਟ੍ਰਾਂਸਪਲਾਂਟ ਕਰਨ ਦੇ ਲਈ ਆਪਣੀ ਟੀਮ ਦੇ ਨਾਲ ਆਪਰੇਸ਼ਨ ਥੀਏਟਰ ਵਿੱਚ ਗਏ ਹਨ। ਸੀਮਾ ਨੂੰ ਕਿਸੇ ਅਣਹੋਣੀ ਦਾ ਅੰਦਾਜ਼ਾ ਲੱਗਦਾ ਜਾ ਰਿਹਾ ਸੀ। ਬਿਨਾਂ ਕੁਝ ਸੋਚੇ ਸਮਝੇ ਉਹ ਆਪਰੇਸ਼ਨ ਥੀਏਟਰ ਦੇ ਵੱਲ ਦੌੜ ਪਈ। ਉੱਥੇ ਪਹੁੰਚ ਕੇ ਦੇਖਿਆ ਕਿ ਬਾਹਰ ਕੁਰਸੀ ਉੱਤੇ ਇੱਕ ਆਦਮੀ ਬੈਠਾ ਸੀ ਜੋ ਕਿ ਬਹੁਤ ਪਰੇਸ਼ਾਨ ਲੱਗ ਰਿਹਾ ਸੀ ਤੇ ਉੱਥੇ ਹੀ ਬਾਹਰ ਇੱਕ ਹੋਰ ਨਰਸ ਖੜੀ ਸੀ। ਸੀਮਾ ਨੇ ਜਿਵੇਂ ਹੀ ਉਸ ਨਰਸ ਨੂੰ ਆਪਣੀ ਸੱਸ ਦੀ ਫੋਟੋ ਦਿਖਾਈ ਤਾਂ ਉਸ ਆਦਮੀ ਦੀ ਨਜ਼ਰ ਵੀ ਉਸ ਫੋਟੋ ਦੇ ਵੱਲ ਪਈ
ਤਾਂ ਉਹ ਆਦਮੀ ਹੈਰਾਨ ਹੋ ਗਿਆ ਤੇ ਬੁਖਲਾ ਕੇ ਆਪਰੇਸ਼ਨ ਥੀਏਟਰ ਦੇ ਵੱਲ ਦੇਖਣ ਲੱਗਾ। ਦਰਅਸਲ ਉਹ ਆਦਮੀ ਉਸ ਔਰਤ ਦਾ ਛੋਟਾ ਪੁੱਤਰ ਸੀ ਜਿਸ ਨੂੰ ਕੋਮਲ ਜੀ ਦੀ ਕਿਡਨੀ ਲਗਵਾਈ ਜਾਣੀ ਸੀ। ਕੋਮਲ ਦਾ ਸ਼ੱਕ ਹੁਣ ਹੋਰ ਵੀ ਪੱਕਾ ਹੋ ਚੁੱਕਾ ਸੀ। ਉਹ ਦੌੜਦੀ ਹੋਈ ਆਪਰੇਸ਼ਨ ਥੀਏਟਰ ਦੇ ਵੱਲ ਗਈ ਤੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਸੀਮਾ ਦੇ ਪਿੱਛੇ ਪਿੱਛੇ ਪੁਲਿਸ ਵੀ ਉੱਥੇ ਪਹੁੰਚ ਗਈ। ਪੁਲਿਸ ਨੇ ਦਰਵਾਜ਼ਾ ਖੜਵਾਇਆ ਅਤੇ ਸੀਮਾ ਪੁਲਿਸ ਦੇ ਨਾਲ ਆਪਰੇਸ਼ਨ ਥੀਏਟਰ ਦੇ ਅੰਦਰ ਗਈ। ਪਰ ਜਦੋਂ ਉੱਥੇ ਜਾ ਕੇ ਦੇਖਿਆ ਤਾਂ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਉਸ ਦੀ ਸੱਸ ਦੀ ਕਿਡਨੀ ਕੱਢਣ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਤੇ ਉਹ ਵਿਚਾਰੀ ਤਾਂ ਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ। ਉਹਨਾਂ ਨੂੰ ਤਾਂ ਅੰਦਾਜ਼ਾ ਵੀ ਨਹੀਂ ਸੀ ਕਿ ਉਹਨਾਂ ਦਾ ਆਪਣਾ ਇਕਲੌਤਾ ਪੁੱਤ ਉਹਨਾਂ ਦੇ ਨਾਲ ਅੱਜ ਕੀ ਕਰਨ ਵਾਲਾ ਸੀ। ਜਦੋਂ ਮੋਢੇ ਉੱਤੇ ਬੈਗ ਲਟਕਾਏ ਦੀਪਕ ਬਾਹਰ ਤੋਂ ਆ ਰਿਹਾ ਸੀ ਜਿਸ ਦੇ ਨਾਲ ਉਹ ਅਮੀਰ ਆਦਮੀ ਵੀ ਸੀ। ਦੀਪਕ ਨੇ ਜਿਵੇਂ ਹੀ ਉੱਥੇ ਸੀਮਾ ਨੂੰ ਪੁਲਿਸ ਦੇ ਨਾਲ ਦੇਖਿਆ ਤਾਂ ਉਹ ਘਬਰਾ ਗਿਆ ਤੇ ਚਲਾਕੀ ਦਿਖਾਉਂਦੇ ਹੋਏ ਉੱਥੋਂ ਭੱਜਣ ਲੱਗਾ। ਪਰ ਹੁਣ ਉਸ ਦੀ ਹੋਰ ਚਲਾਕੀ ਨਹੀਂ ਚੱਲਣ ਵਾਲੀ ਸੀ। ਪੁਲਿਸ ਵਾਲਿਆਂ ਨੇ ਉਸ ਨੂੰ ਉੱਥੇ ਹੀ ਦਬੋਚ ਲਿਆ ਤੇ ਉਸ ਨੂੰ ਆਪਣੇ ਨਾਲ ਲੈ ਗਏ। ਆਪਰੇਸ਼ਨ ਕਰਨ ਵਾਲੇ ਡਾਕਟਰ ਅਤੇ ਅਮੀਰ ਵਿਅਕਤੀ ਨੂੰ ਵੀ ਆਪਣੇ ਨਾਲ ਲੈ ਗਏ ਜਿਸ ਨੇ ਦੀਪਕ ਨੂੰ ਇੰਨੇ ਪੈਸੇ ਦੇ ਕੇ ਉਸ ਦੀ ਮਾਂ ਦੀ ਕਿਡਨੀ ਖਰੀਦੀ ਸੀ। ਥਾਣੇ ਵਿੱਚ ਲਿਜਾ ਕੇ ਜਦੋਂ ਦੀਪਕ ਦੀ ਚੰਗੀ ਤਰ੍ਹਾਂ ਮੁਰੰਮਤ ਕੀਤੀ ਗਈ ਤਾਂ ਉਸ ਨੇ ਸਭ ਕੁਝ ਸੱਚ ਬੋਲ ਦਿੱਤਾ। ਜਿਵੇਂ ਉਸ ਲਾਲਚੀ ਇਨਸਾਨ ਨੇ ਸਿਰਫ ਅਤੇ ਸਿਰਫ ਪੈਸਿਆਂ ਦੀ ਖਾਤਰ ਆਪਣੀ ਜਨਮ ਦੇਣ ਵਾਲੀ ਮਾਂ ਤੱਕ ਦਾ ਵੀ ਸੌਦਾ ਕਰ ਦਿੱਤਾ। ਪੁੱਛਗਿੱਛ ਦੇ ਬਾਅਦ ਪਤਾ ਚੱਲਿਆ ਕਿ ਉਹ ਅਮੀਰ ਵਿਅਕਤੀ ਦਾ ਉਸ ਮਾਮਲੇ ਵਿੱਚ ਕੋਈ ਦੋਸ਼ ਨਹੀਂ ਸੀ ਕਿਉਂਕਿ ਉਸ ਨੂੰ ਤਾਂ ਇੱਥੋਂ ਤੱਕ ਪਤਾ ਵੀ ਨਹੀਂ ਸੀ ਕਿ ਇਸ ਵਿਸ਼ੇ ਵਿੱਚ ਡੋਨਰ ਦੀ ਆਪਣੀ ਰਜ਼ਾਮੰਦੀ ਨਹੀਂ ਹੈ ਕਿਉਂਕਿ ਡਾਕਟਰ ਨੇ ਪੂਰੀ ਤਰ੍ਹਾਂ ਨਾਲ ਆਪਣੇ ਉਸ ਨੂੰ ਵਿਸ਼ਵਾਸ ਵਿੱਚ ਲੈ ਲਿਆ ਸੀ। ਉਧਰ ਸੀਮਾ ਆਪਣੀ ਸੱਸ ਨੂੰ ਉੱਥੋਂ ਬਾਹਰ ਲੈ ਕੇ ਆਈ ਤੇ ਉਹਨਾਂ ਦੇ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਕਰਨ ਲੱਗੀ। ਜਿਵੇਂ ਹੀ ਕੋਮਲ ਨੂੰ ਹੋਸ਼ ਆਇਆ ਤਾਂ ਸੀਮਾ ਉਸ ਦੇ ਗਲੇ ਲੱਗ ਕੇ ਰੋਣ ਲੱਗੀ। ਕੋਮਲ ਜੀ ਹਜੇ ਪੂਰੀ ਤਰ੍ਹਾਂ ਨਾਲ ਠੀਕ ਨਹੀਂ ਹੋਈ ਸੀ ਪਰ ਉਹ ਇੰਨਾ ਸਮਝ ਪਾ ਰਹੀ ਸੀ ਕਿ ਉਸ ਦੀ ਨੂੰਹ ਬਹੁਤ ਦੁਖੀ ਆ ਤੇ ਉਸ ਨੂੰ ਚੁੱਪ ਕਰਦੇ ਹੋਏ ਕਹਿਣ ਲੱਗੀ, ਬੇਟੀ ਚੁੱਪ ਹੋ ਜਾ, ਸਭ ਠੀਕ ਹੋ ਜਾਵੇਗਾ, ਪਰਮਾਤਮਾ ਸਭ ਠੀਕ ਕਰੇਗਾ। ਸੀਮਾ ਆਪਣੀ ਸੱਸ ਨੂੰ ਲੈ ਕੇ ਆਪਣੇ ਘਰ ਵਾਪਸ ਚਲੀ ਆਈ ਤੇ ਉਹਨਾਂ ਦਾ ਚੰਗੇ ਤਰੀਕੇ ਨਾਲ ਖਿਆਲ ਰੱਖਣ ਲੱਗੀ। ਹੁਣ ਉਹਨਾਂ ਦੀ ਹਾਲਤ ਵਿੱਚ ਕੁਝ ਸੁਧਾਰ ਹੋ ਚੁੱਕਿਆ ਸੀ ਪਰ ਰਹਿ ਕੇ ਉਹਨਾਂ ਦੇ ਮਨ ਵਿੱਚ ਇੱਕ ਹੀ ਖਿਆਲ ਆ ਰਿਹਾ ਸੀ ਕਿ ਉਹਨਾਂ ਦਾ ਬੇਟਾ ਦੀਪਕ ਕਿੱਥੇ ਆ। ਜਦੋਂ ਕੋਮਲ ਜੀ ਨੇ ਆਪਣੇ ਬੇਟੇ ਦੇ ਬਾਰੇ ਵਿੱਚ ਪੁੱਛਿਆ ਤਾਂ ਸੀਮਾ ਹੁਣ ਉਹਨਾਂ ਤੋਂ ਉਹ ਸਭ ਗੱਲਾਂ ਲੁਕੋ ਨਾ ਪਾਈ। ਹਸਪਤਾਲ ਵਿੱਚ ਹੋਈ ਸਾਰੀ ਘਟਨਾ ਉਹਨਾਂ ਨੂੰ ਦੱਸੀ। ਕੋਮਲ ਜੀ ਇਹ ਸਭ ਗੱਲਾਂ ਜਾਣ ਕੇ ਬਹੁਤ ਹੈਰਾਨ ਰਹਿ ਗਈ ਤੇ ਸੋਚਣ ਲੱਗੀ ਕਿ ਕੀ ਕਮੀ ਸੀ ਮੇਰੀ ਪਰਵਰਿਸ਼ ਵਿੱਚ ਜੋ ਉਹਨਾਂ ਦਾ ਬੇਟਾ ਇਸ ਰਸਤੇ ਤੇ ਚੱਲ ਪਿਆ। ਪਰ ਫਿਰ ਦੂਜੇ ਪਾਸੇ ਆਪਣੀ ਨੂੰਹ ਨੂੰ ਦੇਖਦੀ ਉਹਨਾਂ ਦੇ ਮਨ ਵਿੱਚ ਕੁਝ ਤਸੱਲੀ ਵੀ ਰਹਿੰਦੀ। ਦੀਪਕ ਨੂੰ 3 ਸਾਲ ਦੀ ਕੈਦ ਮਿਲੀ ਸੀ ਅਤੇ ਡਾਕਟਰ ਨੂੰ ਜੁਰਮਾਨੇ ਦੇ ਨਾਲ ਸਸਪੈਂਡ ਕੀਤਾ ਗਿਆ। ਟਾਈਮ ਲੰਘਣ ਦੇ ਨਾਲ ਸ਼ਾਂਤ ਅਤੇ ਸਖਤ ਮਾਹੌਲ ਮਿਲਣ ਦੇ ਕਾਰਨ ਕੋਮਲ ਜੀ ਦੀ ਸਿਹਤ ਵਿੱਚ ਸੁਧਾਰ ਹੋਣ ਲੱਗਾ। ਉਹ ਹੌਲੀ-ਹੌਲੀ ਠੀਕ ਹੋਣ ਲੱਗੀ। ਉਧਰ ਸੀਮਾ ਜੀ ਦੇ ਘਰ ਵਿੱਚ ਰਹਿੰਦੇ ਹੋਏ ਹੀ ਆਨਲਾਈਨ ਜੌਬ ਸ਼ੁਰੂ ਕਰ ਲਈ ਤੇ ਉਹ ਘਰ ਦਾ ਖਰਚਾ ਕੱਢ ਸਕੇ ਕਿਉਂਕਿ ਉਹ ਆਪਣੀ ਸੱਸ ਨੂੰ ਇਸ ਹਾਲਤ ਵਿੱਚ ਛੱਡ ਕੇ ਨਹੀਂ ਜਾਣਾ ਚਾਹੁੰਦੀ ਸੀ। ਦੇਖਦੇ ਹੀ ਦੇਖਦੇ ਹੁਣ ਕੋਮਲ ਜੀ ਬਿਲਕੁਲ ਠੀਕ ਹੋ ਗਈ। 3 ਸਾਲ ਲੰਘਣ ਦੇ ਬਾਅਦ ਜਦੋਂ ਦੀਪਕ ਘਰ ਵਾਪਸ ਆਇਆ ਤਾਂ ਉਹ ਪਹਿਲਾਂ ਵਰਗਾ ਦੀਪਕ ਨਹੀਂ ਸੀ। ਉਸ ਵਿੱਚ ਬਹੁਤ ਸਾਰੇ ਬਦਲਾਅ ਆ ਚੁੱਕੇ ਸੀ। ਉਸ ਨੇ ਚਿਹਰੇ ਉੱਤੇ ਸ਼ਰਮਿੰਦਗੀ ਸੀ ਤੇ ਦਿਲ ਵਿੱਚ ਆਪਣੀ ਮਾਂ ਤੇ ਪਤਨੀ ਪ੍ਰਤੀ ਇੱਜ਼ਤ। ਦੀਪਕ ਦੇ ਮਨ ਤੋਂ ਹੁਣ ਪੈਸਾ ਪਾਉਣ ਦਾ ਲਾਲਚ ਖਤਮ ਹੋ ਚੁੱਕਿਆ ਸੀ। ਹੁਣ ਉਹ ਲੋਕ ਸੁੱਖ ਨਾਲ ਰਹਿ ਰਹੇ ਸੀ।